प्यारे दोस्तों एजुकेशन वर्ल्ड जिला गुरदासपुर यूट्यूब चैनल ते तुहाडा स्वागत है। मैं स्वागत करता डॉक्टर चरणजीत सिंह पंजाबी अध्यापक। अज तुहानू अंग्रेजी तो पंजाबी अनुवाद बारे अपने विचार जिहड़े आ वो प्रगट कर रहा वां कि असी भाषा दे विच अंग्रेजी तो पंजाबी अनुवाद लई किहड़े नुकतियां दा खास तौर ते ध्यान रखीए, क्योंकि एक जिहड़ा प्रश्न है प्रश्नावली दे विच ये तुहानू दोनों लैवल ते पुछया जा सकता है, सब इंस्पैक्टर ते भी ते दूजे पासे तुहाडे कोल जिहड़ा तुसी सब इंस्पैक्टर तो इलावा कॉन्स्टेबल दे उपर भरिया है फार्म अपना, उन्हां दोनां नाल ही संबंधित जिहड़ा प्रश्न है ये ईक्वल तौर ते तुहाडे नाल पेश होवेगा। तां अनुवाद दे विच बहुत सारे विद्यार्थियों के मन के अंदर नुकते हुंदे है कि साडे नूं किस तरह का क्वेश्चन पुछया जा सकता है। ਤਾਂ ਉਹਦੇ ਲਈ ਮੈਂ ਕੁਝ ਨੁਕਤੇ ਲੈ ਕੇ ਤੁਹਾਡੇ ਨਾਲ ਜ਼ਾਹਿਰ ਕਰਾਂਗਾ। ਸਭ ਤੋਂ ਪਹਿਲੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਪੰਜਾਬੀ ਅਨੁਵਾਦ ਜਾਂ ਅਨੁਵਾਦ ਕਿਹਨੂੰ ਕਿਹਾ ਜਾਂਦਾ ਹੈ, ਤਾਂ ਉਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਨਾ। ਅਨੁਵਾਦ ਕੀ ਹੈ? ਅਨੁਵਾਦ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਤਬਦੀਲ ਕਰਦੇ ਨੂੰ ਕਹਿੰਦੇ ਨੇ। ਇੱਕ ਭਾਸ਼ਾ ਦਾ ਜਿਹਨੂੰ ਪੂਰਨ ਧਿਆਨ ਹੈ ਉਹ ਆਪਣੀ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਤਬਦੀਲ ਕਰਦਾ ਹੈ, ਤਾਂ ਉਹਨੂੰ ਅਸੀਂ ਅੰਗਰੇਜ਼ੀ ਵਿੱਚ ਕਿਸੇ ਦੀ ਰਚਨਾ ਨੂੰ ਪੰਜਾਬੀ ਵਿੱਚ ਤਬਦੀਲ ਕਰਨਾ ਭਾਵ ਜਾਂ ਉਰਦੂ ਤੋਂ ਫਾਰਸੀ ਵਿੱਚ ਤਬਦੀਲ ਕਰਨਾ, ਤਾਂ ਇਹ ਲਾਭ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਪੰਜਾਬੀ ਭਾਸ਼ਾ ਵਿੱਚ ਕੋਈ ਜ਼ਬਾਨ ਨਹੀਂ ਆਉਂਦੀ ਅਸੀਂ ਹੋਰ ਭਾਸ਼ਾ ਵਿੱਚ ਲਿਖੇ ਹੋਏ ਆਪਣੀ ਜ਼ਬਾਨ ਵਿੱਚ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ। ਤਾਂ ਅਨੁਵਾਦ ਦੇ ਰਾਹੀਂ ਸਾਨੂੰ ਇੱਕ ਭਾਸ਼ਾ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਤਾਂ ਇਸੇ ਤਰ੍ਹਾਂ ਨਾਲ ਅੰਗਰੇਜ਼ੀ ਭਾਸ਼ਾ ਨੂੰ ਜਿੱਥੇ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਉੱਥੇ ਸਾਡੀ ਪੰਜਾਬੀ ਜਿਹੜੀ ਹੈ ਉਹ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਕਰਦੀ ਹੈ। ਤਾਂ ਇਸ ਕਰਕੇ ਰਾਜ ਭਾਸ਼ਾ ਦੇ ਤੌਰ ਤੇ ਅੰਗਰੇਜ਼ੀ ਭਾਸ਼ਾ ਵਿੱਚ ਤੁਹਾਨੂੰ ਕੋਈ ਵੀ ਪੈਰਾ ਰਚਨਾ ਵੀ ਪੁੱਛੀ ਜਾ ਸਕਦੀ ਹੈ, ਚਾਹੇ ਕੋਈ ਵੀ ਇਸ ਤਰ੍ਹਾਂ ਦੇ ਲਫ਼ਜ਼ ਪੁੱਛੇ ਜਾ ਸਕਦੇ ਜਿਨ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਤੁਹਾਨੂੰ ਅਧਿਆਇ ਵਿੱਚ ਦਰਸਾਈ ਜਾਏਗੀ, ਤਾਂ ਜਿੰਦਾ ਤੁਸੀਂ ਅਨੁਵਾਦ ਜਿਹੜਾ ਉਹ ਪੰਜਾਬੀ ਵਿੱਚ ਕਰਨਾ। ਤਾਂ ਅਨੁਵਾਦ ਜਿਹੜੀ ਕਲਾ ਹੈ ਬਹੁਤ ਹੀ ਕਠਿਨ ਤੇ ਪਰਿਸ਼ਰਮ ਕਰਨ ਦੀ ਕਲਾ ਹੈ। ਇਹਦੇ ਵਿੱਚ ਸਖਤ ਮਿਹਨਤ ਤੇ ਘਾਲਣਾ ਦੀ ਲੋੜ ਹੈ ਤੇ ਇਸ ਲਈ ਖਾਸ ਤੌਰ ਤੇ ਪੜ੍ਹਨ ਲਿਖਣ ਦੇ ਕੰਮ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਅਨੁਵਾਦ ਨੇ ਵਿਦਿਆ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਕਿਉਂਕਿ ਦੁਨੀਆ ਦੇ ਵਿੱਚ ਕਿਸੇ ਵੀ ਨੁੱਕਰ ਵਿੱਚ ਬੈਠੇ ਹੋਏ ਲੋਕਾਂ ਦੇ ਵਿਚਾਰ ਤੇ ਭਾਵਾਂ ਤੋਂ ਅਸੀਂ ਆਪਣੇ ਘਰ ਬੈਠੇ ਬਿਠਾਏ ਅਨੁਵਾਦ ਦੇ ਰਾਹੀਂ ਜਾਣੂ ਹੋ ਸਕਦੇ ਹਾਂ। ਉਹਨਾਂ ਦੇ ਜਾਣਕਾਰਾਂ ਨੂੰ ਪਤਾ ਲੱਗ ਸਕਦਾ ਵੀ ਉਹ ਕਿਸ ਤਰ੍ਹਾਂ ਨਾਲ ਕਿਸ ਭਾਵ ਦੇ ਨਾਲ ਗੱਲ ਕਰ ਰਹੇ ਨੇ। ਇਸ ਕਰਕੇ ਅਸੀਂ ਦੂਜਿਆਂ ਤੱਕ ਸੁਨੇਹਾ ਪਹੁੰਚਾਉਣ ਲਈ ਵੀ ਅਨੁਵਾਦਿਕ ਤੌਰ ਤੇ ਜੇ ਅੰਗਰੇਜ਼ੀ ਵਿੱਚ ਸੁਨੇਹਾ ਪਹੁੰਚਾਇਆ ਗਿਆ ਤਾਂ ਉਹਨੂੰ ਅਸੀਂ ਪੰਜਾਬੀ 'ਚ ਟਰਾਂਸਲੇਟ ਦੇ ਰਾਹੀਂ ਸਮਝ ਸਕਦੇ ਹਾਂ। ਤਾਂ ਕੋਈ ਵੀ ਵਿਦਵਾਨ ਅਜਿਹਾ ਨਹੀਂ ਜਿਹਨੇ ਅਨੁਵਾਦ ਤੋਂ ਮਦਦ ਨਾ ਲੈਂਦਾ ਹੋਵੇ। ਅਨੁਵਾਦ ਦੇ ਵਿੱਚ ਬਹੁਤ ਸਾਰੇ ਕਾਰਜ ਹੋ ਚੁੱਕੇ ਆ। ਸਿੱਖਿਆ ਅਤੇ ਵਿੱਦਿਆ ਦੇ ਖੇਤਰ ਵਿੱਚ ਅਨੁਵਾਦ ਦਾ ਬੜਾ ਅਹਿਮ ਰੋਲ ਰਿਹਾ। ਅਨੁਵਾਦ ਦੇ ਵਿੱਚ ਕਿਹੜੇ ਖਾਸ ਨੁਕਤਿਆਂ ਦਾ ਅਸੀਂ ਖਾਸ ਧਿਆਨ ਦੇਣਾ। ਅਨੁਵਾਦ ਦਾ ਕੰਮ ਸੌਖਾ ਨਹੀਂ, ਇਹ ਬੜੇ ਧਿਆਨ ਵਿੱਚ ਸੁਚੇਤ ਹੋ ਕੇ ਕਰਨ ਦੀ ਲੋੜ ਹੈ। ਬੜੀ ਤਰਕ ਬੁੱਧੀ ਰਾਹੀਂ ਸੂਝ ਬੂਝ ਦੇ ਰਾਹੀਂ ਅਸੀਂ ਇਹਨਾਂ ਦੇ ਪ੍ਰਸ਼ਨ ਦਾ ਹੱਲ ਕਰਨਾ ਹੁੰਦਾ। ਅਨੁਵਾਦ ਨੂੰ ਸਫਲ ਬਣਾਉਣ ਦੇ ਲਈ ਅਨੁਵਾਦਕ ਨੂੰ ਕੁਝ ਨੁਕਤਿਆਂ ਦਾ ਧਿਆਨ ਰੱਖਣਾ ਪੈਂਦਾ ਕਿ ਤੁਹਾਨੂੰ ਜਦੋਂ ਵੀ ਅਨੁਵਾਦ ਕਰਨ ਲੱਗੋ ਤਾਂ ਉਹਨਾਂ ਵਿੱਚ ਸਾਨੂੰ ਕਿਹੜੇ ਨੁਕਤਿਆਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾ, ਜਿਨ੍ਹਾਂ ਵਿੱਚ ਅਨੁਵਾਦਕ ਕਰਤਾ ਕੋਲ ਮੂਲ ਭਾਸ਼ਾ ਤੇ ਅਨੁਵਾਦ ਦੀ ਭਾਸ਼ਾ ਦਾ ਪੂਰਾ ਗਿਆਨ ਹੋਵੇ। ਅਨੁਵਾਦਕ ਕਰਤਾ ਭਾਵ ਤੁਹਾਨੂੰ ਜਦੋਂ ਵੀ ਕੋਈ ਪਹਿਰਾ ਰਚਨਾ ਆਉਂਦੀ ਹੈ ਜਾਂ ਪਹਿਰਾ ਆਉਂਦਾ ਹੈ ਜਾਂ ਕੋਈ ਵਰਡ ਪੁੱਛਿਆ ਜਾਂਦਾ ਹੈ ਤਾਂ ਉਹਦੇ ਬਾਰੇ ਤੁਹਾਨੂੰ ਪੂਰਨ ਗਿਆਨ ਹੋਣਾ ਚਾਹੀਦਾ ਹੈ, ਚਾਹੇ ਉਹ ਪੰਜਾਬੀ ਵਿੱਚ ਹੈ ਚਾਹੇ ਉਹ ਅੰਗਰੇਜ਼ੀ ਵਿੱਚ ਹੈ। ਉਹਨਾਂ ਜ਼ਿਕਰ ਅਸੀਂ ਉਸ ਭਾਸ਼ਾ ਦਾ ਪੂਰਨ ਗਿਆਨ ਨਹੀਂ ਪ੍ਰਾਪਤ ਕਰਦੇ, ਪੂਰਨ ਗਿਆਨ ਦਾ ਸੋਝ ਨਹੀਂ ਹੈ, ਤਾਂ ਅਸੀਂ ਉਸ ਦਾ ਸਹੀ ਤੇ ਚੋਣਵਾਂ ਅਨਸਰ ਨਹੀਂ ਦੇ ਸਕਦੇ। ਇਸ ਲਈ ਅਨੁਵਾਦ ਸਰਲ ਸਪਸ਼ਟ ਤੇ ਨਿਸ਼ਚਿਤ ਹੋਣਾ ਚਾਹੀਦਾ ਹੈ। ਜੇ ਸਾਨੂੰ ਕੋਈ ਲਾਈਨ ਤਰ੍ਹਾਂ ਦੀ ਆ ਗਈ, ਕੋਈ ਵਾਕ ਦੇ ਰੂਪ ਦੇ ਵਿੱਚ ਅਨੁਵਾਦ ਕਰਨ ਲਈ ਕੋਈ ਪਹਿਰਾ ਆ ਗਿਆ ਤਾਂ ਉਹਦੇ ਲਈ ਅਨੁਵਾਦ ਨੂੰ ਇੱਕ ਐਸੀ ਸਰਲ ਤੇ ਸਪਸ਼ਟਤਾ ਦੇ ਨਾਲ ਬਿਆਨ ਕਰਨਾ ਪੈਂਦਾ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਢੁੱਕਦਾ ਹੋਵੇ, ਜਿਹਦੇ ਵਿੱਚ 4 ਆਪਸ਼ਨਸ ਆਉਣਗੀਆਂ। ਸਾਨੂੰ 4 ਵਿਕਲਪਾਂ ਦੇ ਵਿੱਚੋਂ ਅਸੀਂ ਸਹੀ ਵਿਕਲਪ ਦੀ ਚੋਣ ਕਰਨੀ ਹੈ। ਅਨੁਵਾਦ ਵਿੱਚ ਵਿਆਕਰਨਿਕ ਸ਼ੁੱਧਤਾ ਹੋਵੇ। ਵਿਆਕਰਨਿਕ ਸ਼ੁੱਧਤਾ ਤੋਂ ਭਾਵ ਹੈ ਉਹਦੇ ਵਿੱਚ ਸ਼ਬਦ ਰਚਨਾ ਦੀਆਂ 8 ਸ਼੍ਰੇਣੀਆਂ ਜਿਹੜੀਆਂ ਪਾਰਟ ਆਫ ਸਪੀਚ ਜਿਹਨੂੰ ਅਸੀਂ ਬੋਲਦੇ ਹਾਂ ਉਹਨਾਂ ਦਾ ਪੂਰਨ ਗਿਆਨ ਹੋਣਾ ਲਾਜ਼ਮੀ ਹੈ। ਨਹੀਂ ਤਾਂ ਉਸ ਤੋਂ ਬਿਨਾਂ ਅਸੀਂ ਵਿਆਕਰਨਿਕ ਨਿਯਮਾਂ ਦਾ ਜੇ ਪਾਲਣ ਨਹੀਂ ਕਰਾਂਗੇ ਤਾਂ ਅਸੀਂ ਬਹੁ ਵਿਕਲਪੀ ਪ੍ਰਸ਼ਨ ਦਾ ਉੱਤਰ ਜਿਹੜਾ ਹੈ ਉਹ ਸਹੀ ਚੋਣ ਰੂਪ ਵਿੱਚ ਨਹੀਂ ਚੁਣ ਪਾਵਾਂਗੇ। ਇਸ ਦੇ ਵਾਕ ਬੜੇ ਲੰਬੇ ਨਾ ਹੋਣ ਅਤੇ ਇੱਕ ਵਾਕ ਦਾ ਅਨੁਵਾਦ ਇੱਕ ਵਾਕ ਵਿੱਚ ਹੀ ਹੋ ਸਕਦਾ ਹੈ, ਤਾਂ ਇਸ ਤੋਂ ਵੱਧ ਵਾਕਾਂ ਵਿੱਚ ਨਹੀਂ। ਅਨੁਵਾਦਕਰਤਾ ਨੂੰ ਵਿਸ਼ੇ ਬਾਰੇ ਪੂਰੀ ਜਾਣਕਾਰੀ ਹੋਵੇ ਅਤੇ ਵਿਸ਼ੇ ਦੀ ਸ਼ੁੱਧਤਾ ਬਣੀ ਰਹੇ। ਵਿਸ਼ੇ ਦੀ ਸ਼ੁੱਧਤਾ ਤਾਂ ਹੀ ਬਣੀ ਰਹੇਗੀ ਜੇ ਅਸੀਂ ਇਸ ਦਾ ਪੂਰਨ ਅਭਿਆਸ ਕਰਾਂਗੇ। ਅਨੁਵਾਦਕਰਤਾ ਨੂੰ
ਗਿਆਨ ਤੇ ਵਿਗਿਆਨ ਦੇ ਵਿਸ਼ਿਆਂ ਦੀਆਂ ਲੋੜਾਂ ਦੇ ਆਧਾਰ ਤੇ ਅਨੁਵਾਦ ਵਿੱਚ ਮੁੱਖ ਚਿੰਨ੍ਹ, ਰੇਖਾ ਚਿੱਤਰ ਆਦਿ ਦੀ ਵਰਤੇ ਜਾਂਦੇ ਹਨ। ਅਨੁਵਾਦ ਦੀ ਸਿਖਲਾਈ ਲਈ ਅਨੁਵਾਦ ਵਿੱਚ ਪੂਰਨ ਤੌਰ ਤੇ ਉਚੇਚੀ ਲਿਖਤ, ਚਾਹੇ ਉਹ ਕਵਿਤਾ ਦੇ ਰੂਪ ਵਿੱਚ ਆ ਜਾਵੇ, ਚਾਹੇ ਉਹਦੇ ਵਿੱਚ ਅਭਿਆਸ ਆਵੇ, ਤਾਂ ਉਹਦੇ ਵਿੱਚ ਸਾਨੂੰ ਪੂਰਨ ਰੂਪ 'ਚ ਅਭਿਆਸ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੋਵੇ ਉਸ ਦਾ ਮੁਹਾਵਰਾ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਅਨੁਵਾਦ ਸੁਭਾਵਿਕ ਲੱਗੇ। ਜਿਵੇਂ ਹੀ ਹੈਜ਼ 5 ਡਾਟਰ, ਤਾਂ ਇਹਦਾ ਪੰਜਾਬੀ ਦੇ ਵਿੱਚ ਅਸੀਂ ਅਨੁਵਾਦ ਕਰਦੇ ਹਾਂ ਉਹ 2 ਲੜਕੀਆਂ ਰੱਖਦਾ ਹੈ, ਤਾਂ ਠੀਕ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਪੰਜਾਬੀ ਮੁਹਾਵਰੇ ਅਨੁਸਾਰ ਇਹ ਅਨੁਵਾਦ ਹੋਵੇਗਾ ਉਸ ਦੀਆਂ 2 ਧੀਆਂ ਹਨ। ਅਨੁਵਾਦ ਵਿੱਚ ਸੱਭਿਆਚਾਰਕ ਸ਼ਬਦ, ਤਕਨੀਕੀ ਸ਼ਬਦਾਵਲੀ, ਰਿਸ਼ਤੇ ਨਾਤੇ ਦੀ ਸ਼ਬਦਾਵਲੀ ਆਦਿ ਦਾ ਖਾਸ ਧਿਆਨ ਰੱਖਣਾ ਪੈਂਦਾ, ਕਿਉਂਕਿ ਇਹਨਾਂ ਨਾਲ ਸੰਬੰਧਿਤ ਜਿਵੇਂ ਪੰਜਾਬੀ ਵਿੱਚ ਤਾਇਆ, ਮਾਮਾ, ਤਾਈ, ਚਾਚੀ, ਇਹਨਾਂ ਵਿੱਚ ਅੰਗਰੇਜ਼ੀ ਲਈ ਵੱਖਰੇ ਸ਼ਬਦ ਨਹੀਂ ਨੇ, ਉਹਨਾਂ ਵਿੱਚ ਸਿਰਫ ਇੱਕੋ ਹੀ ਸ਼ਬਦ ਆ, ਅੰਕਲ ਤੇ ਆਂਟੀ। ਤਾਂ ਇਸ ਤਰ੍ਹਾਂ ਪੰਜਾਬੀ ਵਿੱਚ ਇਹਨਾਂ ਰਿਸ਼ਤਿਆਂ ਦੇ ਲਈ ਜਿਹੜੇ ਅਲੱਗ-ਅਲੱਗ ਸ਼ਬਦ ਹੈ, ਪਰ ਅੰਗਰੇਜ਼ੀ ਵਿੱਚ ਸਿਰਫ ਤੇ ਸਿਰਫ ਅੰਕਲ ਤੇ ਆਂਟੀ ਸ਼ਬਦ ਹੀ ਵਰਤੇ ਜਾਂਦੇ ਨੇ। ਅਨੁਵਾਦ ਕਈ ਤਰ੍ਹਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਨਾਲ ਸ਼ਾਬਦਿਕ ਅਨੁਵਾਦ, ਤਾਂ ਤੁਹਾਨੂੰ ਪ੍ਰਸ਼ਨ ਜਿਹੜਾ ਪੁੱਛਿਆ ਜਾ ਸਕਦਾ ਵਿਕਲਪੀ 'ਚੋਂ, ਸ਼ਾਬਦਿਕ ਤੌਰ ਤੇ ਵੀ ਹੋ ਸਕਦਾ ਹੈ, ਖੁੱਲ੍ਹਾ ਅਨੁਵਾਦ ਦੇ ਤੌਰ ਤੇ ਪੈਰਾ ਵੀ ਪੁੱਛਿਆ ਜਾ ਸਕਦਾ ਹੈ, ਜਾਂ ਸਾਹਿਤਿਕ। ਸਾਹਿਤਿਕ ਤੋਂ ਭਾਵ ਹੈ ਕਿਸੇ ਕਵਿਤਾ ਦੇ ਵਿੱਚੋਂ ਜਾਂ ਕਿਸੇ ਵਾਰਤਕ ਰਚਨਾ ਵਿੱਚੋਂ ਵੀ ਪੁੱਛਿਆ ਜਾ ਸਕਦਾ ਹੈ। ਅਨੁਵਾਦ ਵਿੱਚ ਭਾਸ਼ਾ ਨੂੰ ਰਸਹੀਨ ਹੋਣ ਤੋਂ ਬਚਾਉਣ ਦੀ ਲੋੜ ਹੁੰਦੀ ਹੈ। ਵੱਧ ਤੋਂ ਵੱਧ ਓਪਟੀਕਲ ਵਿੱਚ ਜਾਣ ਤੋਂ ਜ਼ਿਆਦਾ ਉਹਨੂੰ ਈਜ਼ਲੀ ਭਾਵ ਸਰਲਤਾ ਦੇ ਵਿੱਚ ਉਹਨੂੰ ਰਚਨਾ ਨੂੰ ਪੂਰਨ ਤੌਰ ਤੇ ਅਨੁਵਾਦ ਦੀ ਵਿਸ਼ੇਸ਼ ਭਾਂਤ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ, ਕਿਉਂਕਿ ਇਹਨਾਂ ਵਿੱਚ ਪਾਤਰਾਂ, ਵਾਰਤਾਲਾਪ, ਵਾਤਾਵਰਨ, ਸਥਿਤੀ, ਕਿਸੇ ਵੀ ਗੱਲਾਂ ਵਿੱਚ ਧਿਆਨ ਰੱਖਣੀਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਨੁਵਾਦ ਵਿੱਚ ਬੋਲੀ, ਮੁਹਾਵਰੇ, ਸਥਾਨਕ ਪਹਿਲੂਆਂ ਨੂੰ ਪੂਰੀ ਤਰ੍ਹਾਂ ਧਿਆਨ 'ਚ ਰੱਖਣਾ ਪੈਂਦਾ। ਹੁਣ ਕਈ ਵਾਰ ਪ੍ਰਵਰਬ ਆ ਜਾਂਦੇ, ਸਾਨੂੰ ਅਖਾਣ ਦੇ ਰੂਪ ਵਿੱਚ ਆ ਜਾਂਦਾ, ਜਿਸ ਨੂੰ ਪੰਜਾਬੀ ਵਿੱਚ ਅਸੀਂ ਕਨਵਰਟ ਕਰਨਾ, ਪੰਜਾਬੀ 'ਚ ਤਬਦੀਲ ਕਰਨਾ ਵੀ ਹੁਣ ਪੰਜਾਬੀ 'ਚ ਕਿਹੜਾ ਅਖਾਣ ਬੋਲਿਆ ਜਾਂਦਾ, ਪੰਜਾਬੀ ਵਿੱਚ ਕਿਹੜਾ ਮੁਹਾਵਰਾ ਬੋਲਿਆ ਜਾਂਦਾ। ਤਾਂ ਇਸ ਕਰਕੇ ਸਾਨੂੰ ਅਨੁਵਾਦਿਕ ਤੌਰ ਤੇ ਮੁਹਾਵਰੇ ਤੇ ਅਖਾਣਾਂ ਵੱਲ ਵੀ ਅੰਗਰੇਜ਼ੀ ਅਨੁਵਾਦ ਦੀ ਜ਼ਰੂਰਤ ਹੈ ਉਹਨਾਂ ਨੂੰ ਜਾਣਨ ਦੀ, ਕਿਉਂਕਿ ਪੰਜਾਬੀ ਅਨੁਵਾਦ ਵਿੱਚ ਮੁਹਾਵਰੇ ਤੇ ਸਥਾਨਕ ਰੰਗ ਅਨੁਸਾਰ ਇੰਜ ਹੋਵੇਗਾ, ਜਿਵੇਂ ਵੇਅਰ ਦੇਅਰ ਇਜ਼ ਵਿਲ ਦੇਅਰ ਇਜ਼ ਏ ਵੇ, ਤਾਂ ਅਸੀਂ ਉਹਨੂੰ ਪੰਜਾਬੀ ਦੇ ਵਿੱਚ ਬੋਲਦੇ ਹਾਂ ਜਿੱਥੇ ਚਾਹ ਉੱਥੇ ਰਾਹ, ਨੋ ਪੇਨਸ ਨੋ ਗੇਨਸ, ਕਰ ਮਨਜ਼ੂਰੀ ਖਾ ਚੂਰੀ, ਜਾਂ ਸੇਵਾ ਬਿਨ ਮੇਵਾ ਨਹੀਂ। ਤਾਂ ਇਸ ਤਰ੍ਹਾਂ ਨਾਲ ਅਜਿਹੇ ਬਹੁਤ ਸਾਰੇ ਢੁਕਵੇਂ ਸਾਨੂੰ ਮੁਹਾਵਰੇ ਤੇ ਅਖੌਤਾਂ ਜਿਹੜੀਆਂ ਮਿਲਦੀਆਂ ਨੇ, ਉਹਨਾਂ ਦਾ ਪੂਰਨ ਤੌਰ ਤੇ ਅਭਿਆਸ ਕਰ ਲਈਏ ਤਾਂ ਇਹਦੇ ਨਾਲ ਸਾਡੀ ਅਭਿਆਸੀ ਤੌਰ ਤੇ ਅਨੁਵਾਦਿਕ ਜਿਹੜੀ ਪ੍ਰਕਿਰਿਆ ਉਹ ਮੁਕੰਮਲ ਹੋ ਜਾਂਦੀ ਹੈ। ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਾਫੀ ਔਖਾ ਕੰਮ ਹੁੰਦਾ ਹੈ, ਕਿਉਂਕਿ ਅਭਿਆਸ ਨਾਲ ਇਹ ਕੰਮ ਸੌਖਾ ਹੋ ਸਕਦਾ ਹੈ। ਇਹ ਜ਼ਰੂਰੀ ਹੈ ਕਿ ਅੰਗਰੇਜ਼ੀ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੀ ਚੰਗੀ ਸਮਝ ਹੋਵੇ, ਮੂਲ ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹਿਆ ਜਾਵੇ ਅਤੇ ਅਨੁਵਾਦਕ ਨੂੰ ਦੋਨਾਂ ਭਾਸ਼ਾਵਾਂ ਦੇ ਸ਼ਬਦਾਂ ਦੇ ਅਰਥਾਂ ਤੇ ਮੁਹਾਵਰਿਆਂ ਦੀ ਵਰਤੋਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਇਸ ਕਰਕੇ ਅਨੁਵਾਦ ਦਾ ਕੰਮ ਸੌਖਾ ਹੋ ਸਕਦਾ ਹੈ ਅਗਰ ਸਾਨੂੰ ਉਸ ਪੈਰੇ ਬਾਰੇ ਪੂਰਨ ਜਾਣਕਾਰੀ ਹੋਵੇ। ਅਨੁਵਾਦ ਵਿੱਚ ਵਿਆਕਰਨਿਕ ਨਿਯਮਾਂ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਨੁਵਾਦ ਬੜਾ ਸੁਭਾਵਿਕ ਤੇ ਸਪਸ਼ਟ ਹੋਣਾ ਚਾਹੀਦਾ। ਕੋਈ ਵਾਧੂ ਸ਼ਬਦ, ਕੋਈ ਵਾਧੂ ਲੇਖਤ ਸ਼ਬਦ ਨਹੀਂ ਅਸੀਂ ਵਰਤ ਸਕਦੇ। ਮੁਹਾਵਰਿਆਂ ਦੀ ਉਚਿਤ ਵਰਤੋਂ ਜਿਹੜੀ ਕੀਤੀ ਜਾਣੀ ਚਾਹੀਦੀ ਹੈ, ਜੋ ਉਸ ਦੇ ਵਿੱਚ ਕੀਤੀ ਹੋਊਗੀ, ਅੰਗਰੇਜ਼ੀ ਵਿੱਚ ਮੁਹਾਵਰੇ ਵਰਤੇ ਜਾਏ ਹੋਣਗੇ, ਉਹਨਾਂ ਦਾ ਅਸੀਂ ਪੰਜਾਬੀ ਵਿੱਚ ਇਨ ਬਿਨ ਜੋ ਮੁਹਾਵਰਾ ਢੁਕਦਾ ਹੈ ਅਸੀਂ ਉਸੇ ਮੁਹਾਵਰੇ ਦੇ ਵਿੱਚ ਹੀ ਗੱਲ ਕਰਾਂਗੇ। ਅਨੁਵਾਦ ਦੀ ਸਫਲਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਪੰਜਾਬੀ ਵਿੱਚ ਮੂਲ ਤੌਰ ਤੇ ਲਿਖਿਆ ਹੋਵੇ ਭਾਸੇ, ਜੋ ਮੂਲ ਰੂਪ ਵਿੱਚ ਲਿਖਿਆ ਉਹ ਉਸੇ ਤਰ੍ਹਾਂ ਹੀ ਭਾਸਦਾ ਹੈ, ਉਸੇ ਤਰ੍ਹਾਂ ਹੀ ਪਸੰਦ ਕੀਤਾ ਜਾਂਦਾ ਹੈ। ਤਾਂ ਅਨੁਵਾਦ ਦੀਆਂ ਕੁਝ ਉਦਾਹਰਨਾਂ ਤੁਹਾਡੇ ਅੱਗੇ ਹੈ। ਅਨੁਵਾਦ ਦੇ ਸਮੇਂ ਵਾਕਾਂ ਵਿੱਚ ਕਾਲ ਭਾਵ ਟੈਂਸ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ। ਟੈਂਸ ਜੋ ਭਾਵ ਹੈ ਭੂਤਕਾਲ, ਭਵਿੱਖਤ ਕਾਲ, ਵਰਤਮਾਨ ਕਾਲ। ਤਾਂ ਭੂਤਕਾਲ ਦੇ ਵਿੱਚ ਸੀ, ਸਾ, ਸਨ, ਵਰਤਮਾਨ ਕਾਲ 'ਚ ਹੈ, ਹੀ, ਹਨ ਅਤੇ ਭਵਿੱਖਤ ਕਾਲ 'ਚ ਗਾ, ਗੇਗੀ। ਤਾਂ ਇਹਨਾਂ ਵਾਕਾਂ ਵਿੱਚ ਹਾਂ ਮੁਖ ਵੀ ਹੋ ਸਕਦੇ ਨੇ ਤੇ ਨਾ ਮੁਖੀ, ਭਾਵ ਹਾਂ ਮੁਖੀ ਵੀ ਹਾਂ ਵਾਚਕ ਵਾਕ ਵਿੱਚ ਵੀ ਗੱਲ ਹੋ ਸਕਦੀ, ਨਾ ਵਾਚਕ ਵਾਕ ਵਿੱਚ ਵੀ। ਜਿਸ ਤਰ੍ਹਾਂ ਨਾ ਵਾਕ ਹੈ ਦ ਸਕਾਈ ਇਜ਼ ਨੋਟ ਕਲੀਅਰ, ਤਾਂ ਉਹਦਾ ਅਨੁਵਾਦ ਹੈ ਆਸਮਾਨ ਸਾਫ਼ ਨਹੀਂ ਹੈ। ਹੀ ਵਾਜ਼ ਵੈਰੀ ਓਲਡ, ਉਹ ਬਹੁਤ ਬੁੱਢਾ ਸੀ। ਹੀ ਹੈਡ ਨੋ ਪੈਨਸਿਲ, ਤੇਰੇ ਪਾਸ ਕੋਈ ਪੈਨਸਿਲ ਨਹੀਂ। ਇਟ ਇਜ਼ ਵਿੰਟਰ, ਸਰਦੀ ਦਾ ਮੌਸਮ ਹੈ। ਇਟ ਇਜ਼ ਸੈਡ ਡੈਟ ਕਨਵੋਕੇਸ਼ਨ ਇਜ਼ ਐਨ ਆਰਟ, ਕਹਿੰਦੇ ਹਨ ਬਾਤਚੀਤ ਇੱਕ ਕਲਾ ਹੈ। ਆਈ ਕੁਡ ਨੋਟ ਸੈਟੀਫਾਈ ਹਿਮ, ਮੈਂ ਉਸਦੀ ਤਸੱਲੀ ਨਾ ਕਰ ਸਕਿਆ। ਆਈ ਮਸਟ ਟੇਕ ਟੂ ਦ ਐਗਜ਼ਾਮੀਨੇਸ਼ਨਸ ਦਿਸ ਈਅਰ, ਇਹ ਇਸ ਬਾਰੇ ਇਮਤਿਹਾਨ ਬਹੁਤ ਜ਼ਰੂਰੀ ਦੇਣਾ ਹੈ। ਲੈਟ ਹਿਮ ਗੋ, ਉਸ ਨੂੰ ਜਾਣ ਦਿਓ। ਤਾਂ ਵਾਕ ਪ੍ਰਸ਼ਨ ਸੂਚਕ ਵੀ ਹੁੰਦੇ ਹਨ, ਜਿਵੇਂ
प्रश्न सूचक के तौर पर साढ़े कोल किस प्रकार ना पूछे जा सकते हैं। आर दे प्रेजेंट इज द क्लास, की वो क्लास विच हाजिर हैं। इस तरह नाल हैव यू ए काइट, की तुहाडे कोल पतंग है। इट इज़ रेनिंग, की मीह पै रहा है। मे आई गो, की मैनू जान दी आग्या है। हाउ डू यू डू, तुहाडा की हाल है। रोजाना वरतों के वाਕਾਂ ਦੀਆਂ कुछ मिसालां देखो जिस तरह ਨਾਲ ਤੁਹਾਡੇ ਕੋਲ मिसाल के तौर पर पूछा जा सकता शब्द जिन्होंने ਅਸੀਂ पूर्ण रूप ਦੇ ਵਿੱਚ ਦਰਸਾਉਂਦੇ ਹਾਂ। जिस तरह ਨਾਲ ਸਾਡੇ ਕੋਲ शब्द है यू शुड सिस्टर क्लियर टू द बैड कंपनी, ਤੁਹਾਨੂੰ बुरी संगत तो बचना चाहिए है। हाउ आर कैबलेज, गोभी का की पा है। कुछ वाਕਾਂ ਦੇ ਵਿੱਚ शब्द ਤੇ ਵਾਕੰਸ਼ਾਂ ਦੀ ਤਰਤੀਬ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੁੰਦਾ। जिस तरह इट इज़ द कंटेन डैट द शॉप विल रिमेन क्लोज्ड, ये पक्की गल है कि दुकान बंद रहनगियां। इफ यू हैड डिपोजिट टू द फीस यू कुड हैव बीन एडमिटेड, जे तुसी फीस जमा कराई हुंदी तां तुहानू दाखला मिल सकता सी। तां इस तरह नाल अगे है आई वुड करंटली हैव इनवाइटेड यू बट आई डिड नॉट नाउ यूर एड्रैस, मैं तुहानू जरूर बुलांदा पर मेरे कोल तुहाडा पता नहीं सी। यू हैव गोट टू स्टे हियर, तुहानू इत्थे रुकना ही पवेगा। इस तरह नाल चौथे अध्याय दे विच असीं जिहड़ी गल करन जा रहे हैं कि हेठ लिखे अंग्रेजी दे वाਕਾਂ दा पंजाबी विच ढुकवां अनुवाद करो। तां इहदे लई असीं ढुकवें अनुवाद दे तौर ते तुहाडे कोल शब्द जिहड़े दर्शान जा रहे हैं जिन्हां दा पूर्ण तौर ते तुहानू बाद विच अनुवाद दर्शाया जाएगा। दे आर फास्ट फ्रेंड, इट इज़ 3:45 बाय माई वॉच, the students were on sick yesterday, there was a great rush outside the bus stand. How many brothers have you? You have no head in the matter, he has a narrow space, you used to come here every month, if you help me I shall pass. How are you getting on with your study? Who will back checking the account? The meeting had started when you reached there. Have you not to make all the participation by tomorrow morning? Walk fast last you should miss the train. He has got on my nerves. Breaking dog, barking road is the slammed bite. Do not put the till tomorrow what you can do today. As you sow so shall you reap. Shut up, I cannot want to hear anything from you. The rainy season has set in. ਹੁਣ ਇਹਨਾਂ ਪੈਰਾਂ ਦਾ ਅਨੁਵਾਦ ਜਦੋਂ ਅਸੀਂ ਕਰਦੇ ਆ ਪੂਰਨ ਤੌਰ ਤੇ ਪੰਜਾਬੀ ਦੇ ਵਿੱਚ ਤਾਂ ਉਹਨਾਂ ਦਾ ਪਹਿਰਾ ਅਨੁਵਾਦ ਦੇ ਵਿੱਚ ਅਸੀਂ ਦਰਸਾਵਾਂਗੇ। ਜਿਸ ਤਰ੍ਹਾਂ ਪਹਿਲਾਂ ਪੁੱਛਿਆ ਗਿਆ ਸੀ ਉਸ ਦਾ ਸਹੀ ਮੁਕੰਮਲਾਂਕਲ ਹੈ ਉਹ ਪੱਕੇ ਮਿੱਤਰ ਹਨ। ਮੇਰੀ ਘੜੀ ਵਿੱਚ 3:45 ਵਜੇ ਹਨ, ਕੁਆਟਰ ਪਾਸ ਟਾਈਮ। ਕੱਲ ਵਿਦਿਆਰਥੀ ਹੜਤਾਲ ਸੀ, ਮੋਟਰਾਂ ਤੇ ਅੱਡੇ ਦੇ ਬਾਹਰ ਖੜੀ ਸਖਤ ਭੀੜ ਸੀ। ਤੁਸੀਂ ਕਿੰਨੇ ਭੈਣ ਭਰਾ ਹੋ ਜਾਂ ਤੁਹਾਡੇ ਕਿੰਨੇ ਭਰਾ ਹਨ? ਇਹ ਮਾਮਲੇ ਵਿੱਚ ਮੇਰਾ ਕੋਈ ਹੱਥ ਨਹੀਂ, ਉਹ ਮਸਾ ਬਚਿਆ ਹੈ। ਤੁਸੀਂ ਹਰ ਮਹੀਨੇ ਆਇਆ ਕਰਦੇ ਸੋ, ਜੇ ਤੁਸੀਂ ਮਦਦ ਕਰੋ ਤਾਂ ਮੈਂ ਪਾਸ ਹੋ ਜਾਵਾਂ। ਤੁਹਾਡੀ ਪੜ੍ਹਾਈ ਦਾ ਕੀ ਹਾਲ ਹੈ? ਲੇਖੇ ਦੀ ਪੜਤਾਲ ਕਰਨੀ ਹੈ। ਤੁਹਾਡੇ ਪਹੁੰਚਣ ਤੋਂ ਪਹਿਲਾਂ ਮੀਟਿੰਗ ਸ਼ੁਰੂ ਹੋ ਚੁੱਕੀ ਸੀ। ਕੀ ਤੁਸੀਂ ਕੱਲ ਸਵੇਰ ਤੱਕ ਸਾਰੀ ਤਿਆਰੀ ਮੁਕੰਮਲ ਕਰਨੀ? ਛੇਤੀ ਤੂਰ ਮੱਤੇ ਗੱਡੀ ਘੁਮਾ ਬੈਠੋ। ਉਸਨੇ ਮੇਰਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਜਿਹੜੇ ਗਰਜਦੇ ਨੇ ਉਹ ਵਰਦੇ ਨਹੀਂ। ਅੱਜ ਦਾ ਕੰਮ ਕੱਲ ਤੇ ਨਾ ਛੱਡੋ। ਜਿਹਾ ਬੀਜੋ ਸੋ ਲੀਜੋ, ਭਾਵ ਜਿਹੋ ਜਿਹਾ ਬੀਜੋਗੇ ਸੋ ਕਾਟੋਗੇ। ਮੂੰਹ ਬੰਦ ਕਰ, ਮੈਂ ਤੇਰੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ। ਬਰਸਾਤ ਦਾ ਮੌਸਮ ਆ ਪਹੁੰਚਿਆ ਹੈ। ਤਾਂ ਇਸ ਤਰ੍ਹਾਂ ਨਾਲ ਇਹ ਸੀ ਲਾਈਨ ਵਾਲੇ। ਇਸ ਤਰ੍ਹਾਂ ਨਾਲ ਤੁਹਾਨੂੰ ਪੰਜਾਬੀ ਦੇ ਵਿੱਚ ਅਨੁਵਾਦ ਦੇ ਲਈ ਪੁੱਛੇ ਜਾ ਸਕਦੇ ਥੱਲੇ 4 ਵਿਕਲਪਾਂ ਦੇ ਰਾਹੀਂ। ਹੁਣ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤਕਨੀਕੀ ਸ਼ਬਦਾਵਲੀ ਰਾਹੀਂ। ਜਿਸ ਤਰ੍ਹਾਂ ਨਾਲ ਸਾਡੇ ਕੋਲ ਸ਼ਬਦ ਹੈ ਅਕਾਊਂਟ। ਅਕਾਊਂਟ ਦਾ ਭਾਵ ਲੇਖਾਕਾਰ ਜਾਂ ਅਕਾਊਂਟ ਦੇ ਲਈ ਲੇਖਾ ਹਿਸਾਬ, ਇਹ ਸ਼ਬਦਾਂ ਦਾ ਵਰਤੋਂ ਕੀਤੀ ਜਾਂਦੀ ਹੈ। ਤਾਂ ਇਸੇ ਤਰ੍ਹਾਂ ਨਾਲ ਅਕਾਊਂਟੈਂਟ ਲੇਖਾਕਾਰ, ਐਨਕਲੋਜਮੈਂਟ ਪਹੁੰਚ ਰਸੀਦ, ਐਕਸ਼ਨ ਕਾਰਵਾਈ, ਐਡੋਟਿਕ ਆਧਾਰ ਉੱਤੇ, ਐਡਮਿਨਿਸਟ੍ਰੇਟਰ ਪ੍ਰਸ਼ਾਸਨ, ਐਡਮਿਨਿਸਟ੍ਰੇਟਰ ਪ੍ਰਸ਼ਾਸਕ,
ਅਡਿਓਟਸ ਬਲਾਕ, ਐਡਵਾਂਸ ਪਛੇਤੀ ਜਾਂ ਅਗੇਤੀ, ਐਗਰੀਮੈਂਟ ਸਹਿਮਤੀ ਜਾਂ ਇਕਰਾਰਨਾਮਾ। ਇਸ ਤਰ੍ਹਾਂ ਨਾਲ ਐਲੋਵੰਸ ਭੱਤਾ। ਐਜ਼ ਏ ਅਰਲੀ ਪੋਸੀਬਲ ਜਿੰਨੀ ਜਲਦੀ ਹੋ ਸਕੇ। ਅਸਿਸਟੈਂਟ ਸਹਾਇਕ। ਐਜ਼ ਏ ਕੇਸ ਮੇ ਬੀ ਜਿਹੋ ਜਿਹੀ ਸਥਿਤੀ ਵਿੱਚ। ਅਟੈਚਡ ਹੇਅਰ ਵਿਦ ਨਾਲ ਨੱਥੀ। ਅਟੈਂਡੈਂਸ ਹਾਜ਼ਰੀ। ਟੈਂਸ਼ਨ ਇਨ ਇਨਵਾਈਟਿਡ ਧਿਆਨ ਦਿਵਾਇਆ ਜਾਂਦਾ। ਆਕਰਸ਼ਣ ਨਿਲਾਮੀ। ਅਵੇਲੇਬਲ ਉਪਲਬਧ। ਐਡੀਸ਼ਨਲ ਵਾਧੂ। ਇਸ ਦਾ ਅਟੈਸਟਡ ਕਾਪੀ ਪ੍ਰਮਾਣਿਕ ਨਕਲ ਜਾਂ ਤਸਦੀਦ ਨਕਲ। ਐਟ ਯੂਅਰ ਅਰਲੀਐਸਟ ਕਨਵੀਟੇਸ਼ਨ ਜਿੰਨੀ ਛੇਤੀ ਸੰਭਵ ਹੋ ਸਕੇ। ਐਡੀਟਡ ਲੇਖਾ ਪੜਤਾਲ। ਅਥਾਰਟੀ ਅਧਿਕਾਰੀ ਵਰਗ ਜਾਂ ਅਧਿਕਾਰੀ। ਇਸ ਤਰ੍ਹਾਂ ਨਾਲ ਕੈਸ਼ੀਅਰ ਖਜ਼ਾਨਚੀ। ਕੈਸ਼ ਮੀਮੋ ਨਕਦ ਰਸੀਦ। ਕਲਸੋਲੇਵਰ ਅਚੇਤਨ ਛੁੱਟੀ ਜਾਂ ਇਤਫਾਕੀਆ ਛੁੱਟੀ। ਕੈਜੂਅਲ ਲੀਵ। ਕੈਟਾਲੋਗ ਸੂਚੀ ਪੱਤਰ। ਕੈਟਾਗਰੀ ਸ਼੍ਰੇਣੀ ਜਾਂ ਵਰਗ। ਚੈੱਕ ਐਂਡ ਫਾਊਂਡ ਕਰੈਕਟ ਪੜਤਾਲ ਕੀਤੀ ਤੇ ਠੀਕ ਪਾਇਆ ਗਿਆ। ਇਸ ਤਰ੍ਹਾਂ ਨਾਲ ਸਰਕੂਲਰ ਗਸਤੀਗਤ ਪੱਤਰ ਜਾਂ ਗਸਤੀ ਚਿੱਠੀ। ਕਲੇਮ ਦਾਵਾ। ਕਲੈਰੀਕਲ ਐਰੋ ਲਿਖਤੀ ਭੁੱਲ ਜਾਂ ਦਫ਼ਤਰੀ ਇਕਾਈ। ਕਮ ਇਨ ਫੋਰਸ ਲਾਗੂ ਹੋਣਾ। ਕਮ ਇਨਟੂ ਆਪਰੇਸ਼ਨ ਚਾਲੂ ਹੋਣਾ। ਕੰਪੈਨਸੇਸ਼ਨ ਮੁਆਵਜ਼ਾ। ਕੰਪਲਸਰੀ ਲੈਵਲ ਇਜਵੀ ਛੁੱਟੀ। ਕੰਪੀਟੈਂਟ ਅਥਾਰਟੀ ਸਮਰੱਥ ਅਧਿਕਾਰੀ। ਡੇ ਬੁੱਕ ਰੋਜ਼ਾਨਾਮਚਾ ਜਾਂ ਰੋਜ਼ਮਾਨਚਾ। ਡੇਲਿੰਗ ਅਸਿਸਟੈਂਟ ਮਿਸਲ ਸਹਾਇਕ। ਡੀਲਨੈਸ ਅਲਾਵੈਂਸ ਮਹਿੰਗਾਈ ਭੱਤਾ। ਇਸ ਤਰ੍ਹਾਂ ਨਾਲ ਡੈਮੀ ਆਫਿਸਰ ਲੈਟਰ ਡੀਓ ਅਰਧ ਸਰਕਾਰੀ ਪੱਤਰ। ਡਿਪਾਰਟਮੈਂਟਲ ਐਕਸ਼ਨ ਵਿਭਾਗੀ ਕਾਰਵਾਈ। ਇਸ ਤਰ੍ਹਾਂ ਨਾਲ ਡਾਕੂਮੈਂਟਸ ਦਸਤਾਵੇਜ਼। ਡਾਕੂਮੈਂਟਰੀ ਪ੍ਰੂਫ ਦਸਤਾਵੇਜੀ ਸਬੂਤ। ਡਰਾਫਟ ਆਫ ਅਪਰੂਵਲ ਪ੍ਰਵਾਨਗੀ ਲਈ ਖਰੜਾ। ਡੈਗਨੇਸ਼ਨ ਅਹੁਦਾ। ਇਸ ਦਾ ਡਾਇਰੈਕਟਰ ਰਿਕੁਆਇਰਮੈਂਟ ਸਿੱਧੀ ਭਰਤੀ। ਡਾਇਰੈਕਟਰ ਨਿਰਦੇਸ਼ਕ। ਡਿਪਟੀ ਡਾਇਰੈਕਟਰ ਉਪ ਨਿਰਦੇਸ਼ਕ। ਇਸ ਤਰ੍ਹਾਂ ਐਂਟਰੀ ਇੰਦਰਾਜ। ਕੁਆਲੀਫਿਕੇਸ਼ਨ ਯੋਗਤਾ। ਇਵੈਲੂਏਸ਼ਨ ਮੁਲਾਂਕਣ। ਐਕਸਰਸਾਈਜ਼ ਆਫ ਦਾ ਪਾਵਰ ਅਧਿਕਾਰਾਂ ਦੀ ਵਰਤੋਂ। ਐਕਸ ਆਫਿਸਰ ਪਦਵੀ ਜਾਂ ਅਹੁਦੇ ਕਾਰਨ। ਫੈਕਟ ਐਂਡ ਫਿੰਗਰ ਤੱਕ ਦੇ ਅੰਕੜੇ। ਫਾਈਲ ਮਿਸਲ। ਫਾਈਨੈਂਸ਼ੀਅਲ ਈਅਰ ਵਿੱਤੀ ਸਾਲ। ਫੋਰ ਦਾ ਕਮੈਂਟ ਟਿੱਪਣੀ ਹਿੱਤ। ਫੋਰ ਡਿਪੋਜ਼ਲ ਨਿਪਟਾਰੇ ਹਿੱਤ। ਫੋਰ ਇਨਫੋਰਮੇਸ਼ਨ ਸੂਚਨਾ ਹਿੱਤ। ਫੋਰਮਲ ਅਪਰੂਵਲ ਰਸਮੀ ਪ੍ਰਵਾਨਗੀ। ਆਈ ਐਮ ਡਾਇਰੈਕਟਡ ਮੈਨੂੰ ਹਦਾਇਤ ਹੋਈ। ਇਸ ਤਰ੍ਹਾਂ ਨਾਲ ਇਨ ਐਡਵਾਂਸ ਅਗੇਤੀ ਜਾਂ ਪਹਿਲਾਂ ਹੀ। ਇੰਕਰੀਮੈਂਟ ਤਰੱਕੀ ਜਾਂ ਵਾਧਾ। ਇੰਟਲੈਕਟ ਲੈਡਰ ਅਦਰਦੇਸੀ ਪੱਤਰ। ਇਨ ਆਰਡਰ ਟੂ ਦਾ ਮੈਰਿਟ ਯੋਗਤਾ ਕ੍ਰਮ ਅਨੁਸਾਰ। ਇਨ ਰਿਸਪੈਕਟ ਆਫ ਦੇ ਵਿਸ਼ੇ ਵਿੱਚ। ਇੰਟੀਮੀਨੇਸ਼ਨ ਇਤਲਾਹੀ ਜਾਂ ਸੂਚਨਾ। ਇਨ ਟਾਈਮ ਸਮੇਂ ਸਿਰ। ਜੁਆਇਨਿੰਗ ਰਿਪੋਰਟ ਹਾਜ਼ਰੀ ਰਿਪੋਰਟ ਜਾਂ ਹਾਜ਼ਰੀ ਹੋਣ ਦੀ ਸੂਚਨਾ। ਜੁਆਇਨਿੰਗ ਟਾਈਮ ਹਾਜ਼ਰ ਹੋਣ ਦਾ ਸਮਾਂ। ਕਾਈਂਡਲੀ ਐਨਕਲੋਜਮੈਂਟ ਰਿਸੀਪਟ ਕਿਰਪਾ ਕਰਕੇ ਪਹੁੰਚਣ ਭੇਜੀ ਜਾਵੇ। ਲੀਵ ਔਨ ਡਿਊ ਛੁੱਟੀ ਬਕਾਇਆ ਨਹੀਂ। ਲੀਵ ਵਿਦ ਪੇ ਤਨਖਾਹ ਸਹਿਤ ਛੁੱਟੀ। ਲੀਵ ਪ੍ਰੋਪਰਟੀ ਆਫ ਰਿਟਾਇਰਮੈਂਟ ਨਿਵ੍ਰਿੱਤੀ ਪੂਰਵਕ ਛੁੱਟੀ। ਲੈਂਥ ਆਫ ਦਾ ਸਰਵਿਸ ਸੇਵਾ ਕਾਲ। ਮੇਨਟੇਨਿੰਗ ਅਲਾਉੈਂਸ ਗੁਜ਼ਾਰਾ ਭੱਤਾ ਮੇ ਬੀ ਫੀਲਡ ਫਾਈਲ ਵਿੱਚ ਦਿੱਤਾ ਜਾਵੇ। ਮੈਡੀਕਲ ਸਰਟੀਫਿਕੇਟ ਆਫ ਫਿਟਨੈਸ ਅਰੋਗਤਾ ਦਾ ਡਾਕਟਰੀ ਸਰਟੀਫਿਕੇਟ। ਰਿਫੰਡ ਰਕਮ ਵਾਪਸੀ। ਰਿਮਾਈਂਡਰ ਜਾਤ ਪੱਤਰ। ਰੈਗਿਸਟ੍ਰੇਸ਼ਨ ਤਿਆਗ ਪੱਤਰ। ਰਿਟਾਇਰਮੈਂਟ ਰਿਟਰਨ ਵਿਵਰਨ ਇਹਦਾ ਰੋਕ ਕਾਪੀ ਕੱਚਾ ਖਰੜਾ ਜਾਂ ਕੱਚੀ ਨਕਲ। ਰੂਲ ਆਫ ਦਾ ਰੈਗੂਲੇਸ਼ਨ ਨਿਯਮ ਐਂਡ ਵੀ ਨਿਯਮ। ਰਿਸੀਵਡ ਰਿਜ਼ਰਵ ਰਾਖਵੀ। ਸਰਵਿਸ ਸੇਵਾ ਐਂਡ ਦਾ ਸਰਵਿਸ ਬੁੱਕ ਸੇਵਾ ਪੱਤਰੀ। ਸਬਮਿਟਡ ਫॉर ਦਾ ਇਨਫੋਰਮੇਸ਼ਨ ਸੂਚਨਾ ਹਿੱਤ ਪੇਸ਼ ਹੈ। ਟੋਪ ਸੀਕਰਟ ਅਤੀ ਗੁਪਤ। ਟਰੂ ਕਾਪੀ ਅਸਲੀ ਕਾਪੀ। ਅਰਜੈਂਟ ਜ਼ਰੂਰੀ। ਵਿਦ ਇਫੈਕਟ ਫੋਰਮ ਮਿਤੀ ਤੋਂ। ਵਿਦ ਰੈਫਰੈਂਸ ਟੂ ਦੇ ਸੰਬੰਧ ਦੇ ਹਵਾਲੇ ਨਾਲ। ਰਾਈਟ ਆਫ ਵੱਟੇ ਖਾਤੇ ਪਾਉਣਾ। ਯੂਅਰ ਫੇਥਫੁਲੀ ਆਪ ਦਾ ਵਿਸ਼ਵਾਸ ਪੱਤਰ। ਯੂਅਰ ਸਿੰਸੀਅਰਲੀ ਆਪ ਦਾ ਹਿੱਤੂ। ਤਾਂ ਇਸ ਤਰ੍ਹਾਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ ਦੇ ਵਿੱਚੋਂ ਵੀ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ। ਜਿਸ ਤਰ੍ਹਾਂ ਨਾਲ ਐਬਨੋਰਮਲ ਅਸਧਾਰਨ। ਐਕਰੋਡ ਸਮਝੌਤਾ। ਇਸ ਤਰ੍ਹਾਂ ਨਾਲ ਸਾਡੇ ਕੋਲ ਬਹੁਤ ਸਾਰੇ ਏਜੰਡਾ ਕਾਰਜ ਸੂਚੀ। ਐਕਸੀਡੈਂਟ ਪ੍ਰਚੀਨ। ਐਕਲੈਕਟ ਪੂਰਵਜ। ਇਸ ਤਰ੍ਹਾਂ ਨਾਲ ਬੇਸ ਕੁਆਇਨ ਖੋਟਾ ਸਿੱਕਾ। ਬਿਬਲੋਗ੍ਰਾਫੀ ਪੁਸਤਕ ਸੂਚੀ। ਬੇਸ
पक्षपात, इस तरह ब्लगर, सलमान जचोर, द बेसलेस बेबुनियाद, द ब्लैकलिस्ट वर्जित सूची, बैड फेथ, बदनीति, इकोलॉजी परिस्थिति विज्ञान, इस तरह एनर्जी ऊर्जा, इकोनॉमिकल अर्थ प्रबंध, एंटरप्राइजेज उद्यम, इंटरनल सदीवी, इस तरह नाल इवैल्यूएशनस मुलांकन, एनैथिक नक्सली, मोटिवेशन प्रेरणा, मेमोरियल अजायबघर, इस मैनकाइंड मनुख जाति, मैनर तरीका, मासेस जन सधारण, मैस एजुकेशन समूहिक सिक्ख्या, नेशनलाइजेशन राष्ट्रीकरण, नेसलेस आला, एंड द नेमलैस बेनाम, नैरो मेजोरिटी थोड़ी जही बहुत समिति, पेपर मनी कारजी मुद्रा, पैसिव निष्कर्मी, एंड द क्वार्टर क्वेरी पुछगिछ या सवाल, एंड कुरैक्श रद्द करना, इस तरह होमोग्रेनेशन समझाती, होमनेटिक्स मानववादी, हाइजेन सेहत विज्ञान, रेस्पिरेशन श्वास क्रिया, रिव्यू समीक्षा, रिसेंट फैक्टर नस्ली कारक, रेसिकेंट टेंशन नस्ली खिंचाव, रैनसम मुक्ति, रियलिटी कदे कताई, एंड द साइलेंट फिंगर प्रमुख विशेषता, सैंपल नमूना, शोलर विद्वान, साइंडाई अनिश्चित काल, एंड द साइनेटिक्स वाक विज्ञान, ट्रांसमिशन संचालन, ट्रांसप्रेटेशन पारदर्शी, एंड ट्रिबल कबीला, ट्रोपिक ऑफ कैरपोरी मकर रेखा, एंड कॉर्पियो ऑफ कैंसर कर्क रेखा, क्रैप्रोग्राफी छपाई दी दिख, टेक ऑफ इफेक्ट टू लागू होना, टोकन सैलरी संकेतित तनख्वाह, टिक लिस्ट मैटर औखा मसला, एंड द यूनिमेट अंतिम चेतावनी, अंडर एम्प्लॉयमेंट अल्प रोजगार, यूनिट इकाई, एंड द यूनिफॉर्मेलिटी इकसारता, वैलिड योग जायज़ या वैध, वेन्यू मिलन स्थान, एंड द इक्वलिटी व्हीकल एंड वाहन, एवेचुलर गिद्ध, वेज तनख्वाह या उजरत या मजदूरी, वैनैलिटी वस्तु के खरे होने की जिम्मेवारी, वीड नदीन, वैलफेयर स्टेट कल्याणकारी राज, वेयरफूल पवन या घुमन केरी, वेवल फिर विंड वाह विलोरा, विल वसीयत, एंड द वैदर मुरझा जाना। जिस तरह नाल बैंक भुगतान पेमेंट कैन बी मेड इन द कैश बाय द चैक, भुगतान नगद ਜਾਂ चैक राही किया जा सकता है। इट इज़ द बैटर टू हैव ए जॉइंट अकाउंट इन द बैंक विच साझा खाता खोलना वधेरे चंगा है। इट इज़ फॉर ऑफिस यूज ओनली, केवल दफ्तरी वरतों लई है। रिसीव्ड ए सम ऑफ ₹5000 ओनली, द स्पेसिफाइड ऑन रिसीव्ड, पिछले लिखे अनुसार 5000 रुपये की रकम वसूल की। दिस एप्लीकेशन हैज़ बीन एड्रैस्ड टू द डिविजनल मैनेजर ऑफ बैंक, ये बीने पत्र बैंक के डिविजनल मैनेजर को संबोधित है। आई हैव बी द डिक्लेयर टू फोरगोइंग टू स्टेटमेंट एंड द ट्रू एंड करैक्ट टू द बेस्ट ऑफ माई नॉलेज एंड वेरीफाइड, मैं इत्थे ऐलान करदा या करदी हाँ कि उपरोक्त बयान मेरे पूर्ण ज्ञान और विश्वास मुताबिक सच्चे और सही हैं। स्पेक्समैन सिग्नेचर ऑफ द डिपोजलर टू द ऑफ्टन वेरीफाइड वाइल मेकिंग पेमेंट, भुगतान समय जमाकर्ता के दस्तक अक्सर मिलाए जाते हैं। प्लीज़ काउंट टू द चैक कंटेंट हेयर टू बिफोर यूज, चैक बुक की वरतों करने तो पहला इसके चैकों की गिनती कर लो जी। प्लीज़ चैक यूर ब्लैंक बैंक बैलेंस बिफोर यू इशू ए चैक, कोई भी चैक कट्टन तो पहला अपने खाते जमा रकम की पड़ताल कर लो जी। वेटिंग रूम हैज़ द सैकेंड क्लास पैसेंजर इज़ ऑन द फर्स्ट फ्लोर, दूसरे दर्जे के मुसाफिरों लिए उड़ीक घर पहली मंजिल ते है। बिवेयर ऑफ द पिक पॉकेट, जेब कतरियां तो सावधान रहो।
रेलवे इज द पब्लिक प्रॉपर्टी, हेल्प टू द मेनटेन इट। रेल जन संपत्ति है, इसकी संभाल विच मदद करो। पैसेंजर ट्रैवलिंग विदाउट टिकट विल बी द चार्जिज ऑफ 10 टाइम। बिना टिकट मुसाफर पासों 10 गुना भाड़ा वसूलिया जाएगा। ए प्रॉपर क्वेरी हेल्प अर्ली डिपोजल, लाइन विच लगन नाल जल्दी निपटारा हुंदा है। स्मोकिंग इंजूरीज टू द हेल्थ, सिगरेट बीड़ी पीना सेहत लई हानिकारक है। एंड द स्टेट सीट आर द रिसीवड हेयर, सौण वाले या बहन वाली सीटां उत्ते बुक कीतियां जांदियां हन। प्लेटफॉर्म टिकटां एंड रेलवे टाइम टेबल आर अवेलेबल हेयर, प्लेटफॉर्म टिकटां ते रेलवे समा सारनी इत्थे मिलदे हन। इन केस ऑफ एमरजेंसी पुल द चैन, संकट समय जंजीर खिंचो। रिलेटेड रूम आर बुकड एट विंडो नंबर 12, विश्राम कमरे खिड़की नंबर 12 ते बुक किए जाते हैं। यूज्ड ब्लॉक लैटर टू द फिलिंग द मनी ऑर्डर फ्रॉम, मनी आर्डर फार्म भरने लई अंग्रेजी के वड्डे अखरां की वरतों करो। द एड्रैस ऑन द लैटर मस्ट बी लैगिबल, चिट्ठी उत्ते पता साफ साफ लिखो। राइट टू पिन कोड इन एड्रैस, पते दे नाल पिन कोड लिखो। नो इंक्लूड अलॉटेड टू द इनलैंड लैटर, अंतरदेसी पत्र विच कुछ भी रखने की आज्ञा नहीं। एड्रैस मस्ट बी रिटन ऑन द साइट ओनली, पता इस पासे ही लिखो। एवरीवन शुड हैव टू द इंश्योरेंस इन हिज लाइफ, हरेक मनुख नूं जिंदगी च अपना बीमा करवाना चाहिए है। ओनली शुड कीप वंस इंश्योरेंस पॉलिसी एंड द शिफ्ट केयरफुली, बीमे की पॉलिसी ते रसीदा हमेशा सांभ के रखनियां चाहिए हैं। नाउ डेली व्हीकल इंश्योरेंस टू द आलसो नसैसरी, अजकल मोटर गड्डियां का बीमा भी करवाना जरूरी हो गया है। द पेमेंट इज इंश्योरेंस कैन बी द मेड बाय नैट बैंकिंग और मोबाइल बैंकिंग, बीमे की किस्त भुगतान बैंकिंग ते नैट बैंकिंग राही की जा सकती है। इफ ड्यू परमट टू नॉट पेड विद इन द डे ऑफ ग्रेन्स दैट पॉलिसी बिकम पेड अप, जेकर बीमा किस्त का भुगतान रायती दिनों में ना किया जाए तो बनदा ब्याज अदा करना पैंदा है। कंप्यूटर इज द इलैक्ट्रॉनिक डिवाइस, कंप्यूटर एक बिजली नाल चलण वाली मशीन है। सेंट्रल प्रोसैसिंग यूनिट इज द ब्रेन ऑफ कंप्यूटर, सेंट्रल प्रोसैसिंग यूनिट कंप्यूटर का दिमाग हुंदा है। रैंडम असैस मैमरी इज द टैंपरेरी मैमरी ऑफ कंप्यूटर, रैम कंप्यूटर की आरजी याद शक्ति हुंदी है। When two or more computer are connected to the each other, it called computer network, ਜਦੋਂ दो या दो तो ਵੱਧ कंप्यूटर आपस च जुड़न तो उसनों कंप्यूटर नैटवर्क आख्या जाता है। इंटरनेट इज द नैटवर्क ऑफ नैटवर्क्स, नैटवर्कों का नैटवर्क इंटरनेट हुंदा है। ईमेल इज यूज टू द सेंड एंड रिसीव्ड मैसेज, बिजली डाक की वरतों सुनेहे भेजन ते प्राप्त करने की जाती है। चार्ल्स बेबेज इज नाउ टू एज द फादर ऑफ कंप्यूटर, चार्ल्स बेबेज नूं कंप्यूटर का पितामा कहा जाता है। बाइनरी इज द लैंग्वेज ऑफ कंप्यूटर, बाइनरी कंप्यूटर की भाषा है। ऑलवेज शट डाउन कंप्यूटर प्रॉपरली, कंप्यूटर नूं हमेशा ठीक ढंग नाल बंद करो। हार्ड डिस्क इज द डाटा स्टोरेज डिवाइस ऑन द कंप्यूटर, हार्ड डिस्क कंप्यूटर च डाटा सामभण वाला यंत्र है। कीबोर्ड हैज 104 कीज, कीबोर्ड के 104 बटन होंगे हैं। स्पेस बार इज द लार्जेस्ट की ऑफ द कीबोर्ड, कीबोर्ड में सब तो लंबी की नूं स्पेस बार कहा जाता है या कहते हैं। इस तरह नाल क्लिक ऑन द स्टार्ट मैन्यू ऑफ द शट डाउन कंप्यूटर, कंप्यूटर नूं बंद करने लई स्टार्टर नूं मीनू ते क्लिक करो। साइपर क्राइम इज द क्राइम ऑफ द विच कंप्यूटर इज यूज्ड, जिस जुलम विच कंप्यूटर वरत्या जाए उसनों साइबर क्राइम्स आखते हैं। सुपर कंप्यूटर इज द वैरी पावरफुल कंप्यूटर, सुपर कंप्यूटर बहुत शक्तिशाली कंप्यूटर हुंदा है। तो ये सी प्यारे दोस्तों तुहाडे नाल वख-वख विषयां नाल संबंधित शब्दावली ਅਤੇ ਉਹਨਾਂ ਨਾਲ ਸੰਬੰਧਿਤ ਵਾਕਾਂ ਨਾਲ ਤੁਹਾਡੇ ਨਾਲ ਸੰਬੋਧਨ ਕਰਦੇ ਹੋਏ ਤਾਂ ਇਸ ਤਰ੍ਹਾਂ ਨਾਲ ਤੁਹਾਨੂੰ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਪ੍ਰਸ਼ਨ ਜਿਹੜੇ ਆ ਪੁੱਛੇ ਜਾ ਸਕਦੇ ਨੇ। ਪੰਜਾਬੀ ਅਨੁਵਾਦ ਤੁਸੀਂ ਕਰਨਾ ਹੈ ਅੰਗਰੇਜ਼ੀ ਤੋਂ, ਤਾਂ ਉਸ ਦੇ ਲਈ ਸਾਨੂੰ ਜ਼ਰੂਰੀ ਹੈ ਉਹਨਾਂ ਦੀ ਸ਼ਬਦਾਵਲੀ ਦਾ ਪੂਰਨ ਤੌਰ ਤੇ ਗਿਆਨ ਹੋਣਾ। ਤਾਂ ਇਸ ਕਰਕੇ ਸਮਰੱਥਾ ਨੂੰ ਰੱਖਦੇ ਹੋਏ ਆਪਾਂ ਨੂੰ ਇਹਨਾਂ ਸ਼ਬਦਾਵਲੀਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਖਾਸ ਤੌਰ ਤੇ ਤੁਸੀਂ ਪੁਲਿਸ ਲਾਈਨ 'ਚ ਜਾਣਾ ਚਾਹ ਰਹੇ ਹੋ ਤਾਂ ਤੁਹਾਨੂੰ ਪੁਲਿਸ ਲਾਈਨ ਨਾਲ ਰਿਲੇਟਿਡ ਹਰ ਇੱਕ ਉਸ ਸ਼ਬਦ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਪੁਲਿਸ ਨਾਲ ਰਿਲੇਟਿਡ ਨੇ, ਪੁਲਿਸ ਨਾਲ ਸੰਬੰਧਿਤ ਹਨ।
ਤਾਂ ਇਹਨਾਂ ਵਿੱਚੋਂ ਕੋਈ ਨਾ ਕੋਈ ਸ਼ਬਦਾਵਲੀ ਪੁੱਛੀ ਜਾ ਸਕਦੀ ਹੈ। ਪੰਜਾਬ ਦੇ ਸਟੇਟ ਨਾਲ, ਪੰਜਾਬ ਤੋਂ ਇਲਾਵਾ ਸਾਡੇ ਐਜੂਕੇਸ਼ਨਸ ਦੇ ਨਾਲ, ਇਸ ਤੋਂ ਇਲਾਵਾ ਸਾਡੇ ਸਿੱਖਿਆ ਦੇ ਖੇਤਰ ਤੋਂ ਇਲਾਵਾ ਇਕਨੋਮਿਕਲ ਦੇ ਨਾਲ, ਪੋਲੀਟੀਕਲ ਦੇ ਨਾਲ, ਹਰ ਇੱਕ ਖੇਤਰ ਦੇ ਵਿੱਚ ਜਿੱਥੇ ਜਿੱਥੇ ਵੀ ਇਹਨਾਂ ਸ਼ਬਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ, ਮੋਟੇ ਤੌਰ ਤੇ ਉਹਨਾਂ ਸ਼ਬਦਾਂ ਨੂੰ ਜਿੱਥੋਂ ਵੀ ਪਤਾ ਲੱਗੇ ਉਹਨਾਂ ਨੂੰ ਪੜ੍ਹਨ ਦਾ ਯਤਨ ਕਰੋ, ਪੂਰਨ ਤੌਰ ਤੇ ਅਭਿਆਸ ਕਰੋ, ਤਾਂ ਕਿ ਅਸੀਂ ਅੰਗਰੇਜ਼ੀ ਤੋਂ ਪੰਜਾਬੀ ਦੇ ਅਨੁਵਾਦ ਵਿੱਚ ਵੀ ਆਪਣੀ ਸਫਲਤਾ ਪੂਰੀ ਗ੍ਰਹਿਣ ਕਰ ਸਕੀਏ। ਧੰਨਵਾਦ।